ਤੁਸੀਂ ਦੇਖ ਰਹੇ ਹੋ ਆਪਣਾ ਫਰੈਂਡਸ ਚੈਨਲ। ਇਸ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ। अपना फ्रेंड्स चैनल देख रहे दर्शकों ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ ਮੇਰੇ ਨਾਲ ਹਰਮੀਤ ਬੰਮਲਾ ਦੇ ਨਾਲ। ਸਾਫ਼ ਤੇ ਸਿੱਧੀ ਗੱਲ ਦੇ ਵਿੱਚ ਪੰਜਾਬ ਦੇ ਹਾਲਾਤ ਅਮਨਦੀਪ ਲੱਕੀ ਦੇ ਨਾਲ। ਅਮਨਦੀਪ ਲੱਕੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਹੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਲੱਕੀ ਜੀ, ਹਮੇਸ਼ਾ ਦੀ ਤਰ੍ਹਾਂ ਫਿਰ ਉਹੀ ਬਰਗਾੜੀ ਤੋਂ ਆਪਾਂ ਸਟਾਰਟ ਕਰੀਏ। ਬਰਗਾੜੀ ਦੇ ਵਿੱਚ ਕੋਈ ਅਪਡੇਟ ਹੈਗੀ ਹੈ ਤੇ ਇਸ ਹਫਤੇ ਦੀ? ਬਿਲਕੁਲ, ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਬਰਗਾੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ 2015 ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀਗਾ, ਉਹ ਲਗਾਤਾਰ ਚੱਲਦਾ ਜਾ ਰਿਹਾ ਹੈਗਾ। ਜਿਹੜਾ ਮੁੱਦਾ ਹੈਗਾ ਭਖਦਾ ਨਜ਼ਰ ਆ ਰਿਹਾ ਹੈਗਾ। ਹੁਣ ਜਿਹੜੀ ਲੇਟੈਸਟ ਉਹਦੇ ਵਿੱਚ ਗੱਲ ਹੈਗੀ ਹੈ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਜਿਨ੍ਹਾਂ ਨੇ ਉੱਥੇ ਧਰਨਾ ਲਾਇਆ ਸੀਗਾ ਬਰਗਾੜੀ ਮੇਨ ਰੋਡ ਦੇ ਉੱਤੇ, ਨੈਸ਼ਨਲ ਹਾਈਵੇ ਤੇ ਮੰਡੀ ਪੈਂਦੀ ਹੈ, ਇੱਕ ਮੰਡੀ ਦੇ ਵਿੱਚ ਉਹਨਾਂ ਨੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਧਰਨਾ ਲਾ ਦਿੱਤਾ ਸੀਗਾ। ਔਰ ਉਹ ਧਰਨਾ ਜਿਹੜਾ ਸੀਗਾ ਮੋਰਚਾ ਚੱਲਿਆ ਸੀਗਾ। ਔਰ ਮੋਰਚੇ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਮੋਰਚੇ ਨੂੰ ਲੈ ਕੇ ਸਰਕਾਰ ਨੇ ਚਾਹੇ ਉਹ ਮੋਰਚਾ ਚੁਕਾ ਦਿੱਤਾ ਸੀ, ਜਿਹੜੀ ਰੂਲਿੰਗ ਪਾਰਟੀ ਹੈਗੀ ਆ ਕਾਂਗਰਸ ਪਾਰਟੀ ਹੈਗੀ ਆ, ਲੇਕਿਨ ਉਹਨਾਂ ਦੀਆਂ ਕੁਝ ਮੰਗਾਂ ਮੰਨਣ ਦਾ ਜਿਹੜਾ ਇੱਕ ਉਹਨਾਂ ਨਾਲ ਵਾਅਦਾ ਕੀਤਾ ਸੀਗਾ, ਲੇਕਿਨ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਰੋਸ ਵਜੋਂ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਉਹ ਇੱਕ ਜਿਹੜਾ ਜੇਲ੍ਹਾਂ ਵਿੱਚ ਬੰਦ ਜਿਹੜੇ ਸਿੱਖ ਕੈਦੀ ਹੈ ਉਹਨਾਂ ਨੂੰ ਵੀ ਜਿਹੜਾ ਰਿਹਾ ਕਰਾਉਣ ਸੰਬੰਧੀ ਜਿਹੜੀਆਂ ਹੈਗੀਆਂ ਆਪਣੀਆਂ ਮੰਗਾਂ ਹੈਗੀਆਂ। ਔਰ ਇਹ ਸਾਰੀਆਂ ਬਰਗਾੜੀ ਦਾ ਜਿਹੜਾ ਨਾਮ ਹੈ ਬਰਗਾੜੀ ਸਾਹਿਬ ਰੱਖਣ ਨੂੰ ਕਈ ਉਹਨਾਂ ਦੀਆਂ ਮੰਗਾਂ ਜਿਹੜੀਆਂ ਬਣਾਈਆਂ ਸੀਗੀਆਂ ਪੰਜਾਬ ਸਰਕਾਰ ਤੋਂ, ਲੇਕਿਨ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦੀਆਂ ਮੰਗਾਂ ਹਜੇ ਤੱਕ ਨਹੀਂ ਮੰਨੀਆਂ। ਇਸ ਕਰਕੇ ਉਹਨਾਂ ਨੇ 10 ਤਰੀਕ ਨੂੰ 10 ਅਗਸਤ ਨੂੰ ਐਲਾਨ ਕੀਤਾ ਹੈਗਾ ਕਿ ਸਿੱਖ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਪੰਜਾਬ ਦੀ ਜਿਹੜੀ ਰਿਹਾਇਸ਼ ਹੈ ਉਹਦਾ ਘਿਰਾਓ ਕੀਤਾ ਜਾਊਗਾ। ਔਰ ਜਿਹੜੀਆਂ ਨਾ ਮੰਗਾਂ ਮੰਨਣੀਆਂ ਹੁਣ ਤੱਕ ਇਹ ਵੀ ਇੱਕ ਆਪਦੇ ਆਪ ਦੇ ਵਿੱਚ ਗੱਲ ਹੈਗੀ ਹੈ, ਕਿਉਂਕਿ ਇਹ ਬੜਾ ਪੰਜਾਬ ਦੇ ਵਿੱਚ ਮੁੱਦਾ ਜਿਹੜਾ ਭਖਦਾ ਹੈਗਾ। ਕਿਉਂਕਿ ਸਿਆਸੀ ਜਿਹੜੇ ਤੌਰ ਤੇ ਜੇਕਰ ਸਰਗਰਮੀਆਂ ਵੇਖੀਏ ਤਾਂ ਕਦੇ ਡੇਰਾ ਸੱਚਾ ਸੌਦਾ ਦੀ ਇਨਵੋਲਵਮੈਂਟ ਵਿੱਚ ਆਉਣੀ, ਔਰ ਕਦੇ ਜਿਹੜੇ ਪ੍ਰੇਮੀ ਹੈਗੇ ਆ ਉਹਨਾਂ ਨੂੰ ਬੇਲ ਦੇ ਦੇਣੀ, ਔਰ ਕਦੇ ਜਿਹੜੀਆਂ ਪ੍ਰੇਮੀ ਹੈਗੇ ਆ ਉਹਨਾਂ ਨੂੰ ਜਾ ਕੇ ਉਹਨਾਂ ਦੀ ਨਿਸ਼ਾਨਦੇਹੀ ਕਰਾ ਕੇ ਫਿਰ ਜਿਹੜੀਆਂ ਪਹਿਲੀਆਂ ਇਨਵੈਸਟੀਗੇਸ਼ਨ ਹੋਈਆਂ ਉਹ ਦੁਬਾਰਾ ਫਿਰ ਉਸੇ ਤਰ੍ਹਾਂ ਹੀ ਇਨਵੈਸਟੀਗੇਸ਼ਨ ਕਰਨੀਆਂ। ਤਾਂ ਬੜਾ ਇਹ ਆਪਣੇ ਆਪ ਦੇ ਵਿੱਚ ਮੁੱਦਾ ਜਿਹੜਾ ਭਖਿਆ ਹੋਇਆ ਹੈਗਾ। ਹੁਣ ਵੇਖਣਾ ਇਹ ਹੋਊਗਾ ਕਿ 10 ਤਰੀਕ ਨੂੰ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਇਹਨਾਂ ਨੂੰ ਸਰਕਾਰ ਜਿਹੜੀ ਹੈਗੀ ਹੈ ਉੱਥੇ ਘਿਰਾਓ ਕਰਨ ਜਾਂਦੀ ਹੈ ਪਟਿਆਲੇ, ਇਹਨਾਂ ਨੂੰ ਉੱਥੇ ਤੱਕ ਪਹੁੰਚਣ ਦਿੰਦੀ ਹੈ ਜਾਂ ਨਹੀਂ ਪਹੁੰਚਣ ਦਿੰਦੀ, ਜਾਂ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ ਮੰਨਦੀ, ਇਹ ਆਪਣੇ ਆਪ ਦੇ ਵਿੱਚ ਵੇਖਣਾ ਹਜੇ ਬਾਕੀ ਹੋਊਗਾ। ਤੇ ਜੇਕਰ ਹੁਣ ਪੰਜਾਬ ਦੇ ਜਿਹੜਾ ਮਗਰਲੇ ਕੁਝ ਦਿਨਾਂ ਤੋਂ ਚੱਲਦਾ ਪਿਆ ਨਕਲੀ ਸ਼ਰਾਬ ਦਾ ਦੌਰ, ਤੇ ਇਹਦੇ ਵਿੱਚ 100 ਤੋਂ ਵੱਧ ਜਾਨਾਂ ਚਲੀਆਂ ਗਈਆਂ, ਉਸ ਦੇ ਨਾਲ ਹੁਣ ਕੀ ਹਾਲਾਤ ਬਣੇ ਹੋਏ ਨੇ ਪੰਜਾਬ ਦੇ? ਦੇਖੋ, ਮੈਂ ਵਿਸਥਾਰਪੂਰਵਕ ਦੱਸਣਾ ਚਾਹੂੰਗਾ ਕਿ ਜਿਹੜੀ ਇਹ ਪੰਜਾਬ ਦੇ ਵਿੱਚ ਬੜੀ ਇੱਕ ਬਹੁਤ ਵੱਡੀ ਜਿਹੜੀ ਘਟਨਾ ਵਾਪਰੀ ਹੈਗੀ ਹੈ ਕਿ ਨਕਲੀ ਸ਼ਰਾਬ ਜਿਹੜੀ ਹੈਗੀ ਹੈ ਉਹ ਪੀ ਕੇ ਤਕਰੀਬਨ 100 ਤੋਂ ਉੱਪਰ 125 ਦੇ ਨੇੜੇ ਜਿਹੜਾ ਹੈਗਾ ਹੁਣ ਤੱਕ ਉਹ ਮੌਤਾਂ ਹੋ ਚੁੱਕੀਆਂ ਹੈਗੀਆਂ। ਜ਼ਿਆਦਾਤਰ ਜਿਹੜੀਆਂ ਮੌਤਾਂ ਹੈਗੀਆਂ ਇਹ ਤਰਨਤਾਰਨ, ਗੁਰਦਾਸਪੁਰ, ਬਟਾਲਾ ਇਸ ਏਰੀਏ ਮਾਝੇ ਦੇ ਏਰੀਏ ਨਾਲ ਸੰਬੰਧਿਤ ਜਿਹੜੀਆਂ ਮੌਤਾਂ ਹੈਗੀਆਂ। ਔਰ ਉੱਥੋਂ ਦੇ ਜ਼ਿਆਦਾਤਰ ਜੇਕਰ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਦੇ ਵਿੱਚ ਮੰਤਰੀ ਵੀ ਉੱਥੋਂ ਦੇ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਆਪਣੀ ਰਹਿਨੁਮਾਈ ਕਰ ਰਹੇ ਹੈਗੇ ਨੇ। ਔਰ ਜੇਕਰ ਹਰਮੀਤ ਜੀ ਮੌਤਾਂ ਦੀ ਗੱਲ ਕਰੀਏ ਕਿਸ ਤਰੀਕੇ ਹੋਈਆਂ, ਜਿਹੜੀ ਨਕਲੀ ਸ਼ਰਾਬ ਪੀਤੀ ਹੈ ਜਾਂ ਕੀ ਪੀਤਾ ਉਹਦੇ ਬਾਰੇ ਹਜੇ ਆਪਾਂ ਨਾ ਡਿਸਕਸ ਕਰੀਏ, ਲੇਕਿਨ ਜਿਹੜੀ ਦੇਸੀ ਸ਼ਰਾਬ ਦੀ ਜੇਕਰ ਗੱਲ ਕਰੀਏ ਤਾਂ ਇੱਕ ਹਿਸਾਬ ਦਾ ਸਾਡਾ ਚਾਹੇ ਕਾਨੂੰਨੀ ਤੌਰ ਦੇ ਉੱਤੇ ਅਸੀਂ ਉਹਨੂੰ ਮਾਨਤਾ ਨਹੀਂ ਦਿੰਦੇ ਦੇਸੀ ਸ਼ਰਾਬ ਨੂੰ, ਲੇਕਿਨ ਇੱਕ ਤੌਰ ਦੇ ਉੱਤੇ ਸਾਡਾ ਜਿਹੜਾ ਅਸੀਂ ਕਹਿ ਲਈਏ ਕਿ ਇੱਕ ਰਵਾਇਤ ਹੈ ਪੰਜਾਬ ਦੀ, ਇੱਕ ਬਣ ਚੁੱਕੀ ਹੈ, ਪਿੱਛੋਂ ਚੱਲੀ ਆ ਰਹੀ ਹੈ, ਸਦੀਆਂ ਤੋਂ ਚੱਲੀ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜੱਟ ਜ਼ਿਮੀਂਦਾਰ ਬੰਦਾ ਹੈਗਾ ਜਿਹੜਾ ਉਹ ਘਰ ਦੀ ਸ਼ਰਾਬ ਜਿਹੜੀ ਹੈ ਉਹ ਦੇਸੀ ਕੱਢ ਕੇ ਪੀਂਦਾ ਹੀ ਪੀਂਦਾ, ਚਾਹੇ ਇਹਨੂੰ ਆਪਾਂ ਗੈਰ ਕਾਨੂੰਨੀ ਮੰਨਦੇ ਹੈਗੇ ਆ। ਲੇਕਿਨ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਨਕਲੀ ਸ਼ਰਾਬ ਹੈ, ਤਾਂ ਉਹ ਜਿਹੜੀ ਨਕਲੀ ਸ਼ਰਾਬ ਆ ਉਹ ਕਿੱਥੋਂ ਆਈ? ਜੇਕਰ ਗੱਲ ਕਰੀਏ ਸਰਕਾਰ ਦੀ ਤਾਂ ਸਰਕਾਰ ਜਿਹੜੀ ਹੈਗੀ ਹੈ
ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਰਹੇ ਹੈਗੇ ਨੇ ਕਿ ਕਾਰਵਾਈ ਹੋਊਗੀ। ਕਾਰਵਾਈ ਕਿਸ ਤਰੀਕੇ, ਚਾਹੇ ਉਹਨਾਂ ਨੇ ਸਿੱਟ ਬਣਾ ਦਿੱਤੀਆਂ ਹੈਗੀਆਂ, ਲੇਕਿਨ ਸਰਕਾਰ ਦੀ ਆਪਦੇ ਮੰਤਰੀਆਂ ਵੱਲੋਂ, ਸਾਬਕਾ ਮੰਤਰੀਆਂ ਵੱਲੋਂ, ਆਪਦੇ ਸਾਬਕਾ ਰਾਜ ਸਭਾ ਮੈਂਬਰਾਂ ਵੱਲੋਂ, ਸਾਬਕਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਵਿਰੋਧਤਾ ਹੋਣੀ ਆਪਦੀ ਸਰਕਾਰ ਦੀ। ਦੇਖੋ, ਇੱਕ ਹਾਸੋਹੀਣੀ ਗੱਲ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਪੰਜਾਬ ਦੇ ਵਿੱਚ ਸਰਕਾਰ ਹੈਗੀ ਹੈ, ਔਰ ਉਹਨਾਂ ਦੀ ਪਾਰਟੀ ਦੇ ਹੀ ਉੱਠ ਕੇ ਪ੍ਰਤਾਪ ਸਿੰਘ ਬਾਜਵਾ ਔਰ ਸ਼ਮਸ਼ੇਰ ਸਿੰਘ ਦੁੱਲੋਂ ਹੋਰੀ ਉਹ ਉੱਠ ਕੇ ਸੀਐਮ ਕੋਲੇ ਕੰਪਲੇਂਟ ਕਰਨ ਨਹੀਂ ਜਾ ਰਹੇ, ਉਹ ਪੰਜਾਬ ਦੇ ਰਾਜਪਾਲ ਕੋਲੇ ਕੰਪਲੇਂਟ ਕਰਨ ਜਾ ਰਹੇ ਆ। ਤਾਂ ਬੜਾ ਇੱਕ ਬੜਾ ਚਿੰਤਾ ਮੁੱਦਾ ਹੈਗਾ ਇਹ ਕਿ ਆਪਦੀ ਸਰਕਾਰ ਹੋਣ ਦੇ ਬਾਵਜੂਦ ਤੁਸੀਂ ਆਪਣੇ ਸੀਐਮ ਦੀ ਕੰਪਲੇਂਟ ਕਰਨ ਜਾ ਰਹੇ ਹੋ, ਔਰ ਇਹ ਬੜਾ ਇੱਕ ਆਪਦੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਹੈਗਾ ਇਸ ਗੱਲ ਦਾ। ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹ ਵੀ ਮਾਝੇ ਨੂੰ ਬਿਲੋਂਗ ਕਰਦੇ ਹੈਗੇ ਆ, ਉਹਨਾਂ ਦੀ ਪਿਛਲੇ ਦਿਨੀ ਇੱਕ ਬਿਆਨ ਆਇਆ, ਇੱਕ ਸਟੇਟਮੈਂਟ ਆਈ ਕਿ ਜਿਹੜੀ ਇਹ ਸ਼ਰਾਬ ਹੈਗੀ ਆ, ਨਕਲੀ ਸ਼ਰਾਬ ਹੈਗੀ ਆ, ਇਹ ਸ਼ਰਾਬ ਲੋਕਡਾਊਨ ਦੇ ਦੌਰਾਨ ਜਦੋਂ ਕਰਫਿਊ ਲੱਗਿਆ ਸੀਗਾ ਉਦੋਂ ਸਪਲਾਈ ਹੋ ਗਈ, ਕਿਤੇ ਨਾ ਕਿਤੇ ਕੋਈ ਇਹ ਨਾਕਾਮੀ ਰਹਿ ਗਈ ਹੈਗੀ ਆ। ਲੇਕਿਨ ਹਰਮੀਤ ਜੀ, ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈਗਾ ਕਿ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਵੀ ਸੀ, ਪੰਜਾਬ ਦੇ ਵਿੱਚ ਲੋਕਡਾਊਨ ਹੁਣ ਚੱਲ ਵੀ ਰਿਹਾ ਹੈਗਾ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਤੇ ਵੀ ਔਰ ਖਬਰਾਂ ਦੇ ਵਿੱਚ ਅਸੀਂ ਜ਼ਿਆਦਾਤਰ ਵੇਖਣ ਨੂੰ ਸਾਨੂੰ ਕਰਫਿਊ ਦੇ ਵਿੱਚ ਵੀ ਮਿਲਦਾ ਰਿਹਾ ਹੈਗਾ ਕਿ ਜੇਕਰ ਫਲਾਨੀ ਚੀਜ਼ ਸਾਰੀਆਂ ਖੁੱਲੀਆਂ ਆਪਣੀਆਂ ਬੰਦ ਹੈਗੀਆਂ, ਲੇਕਿਨ ਸਾਨੂੰ ਠੇਕੇ ਖੁੱਲੇ ਮਿਲਦੇ ਸੀ। ਉਦੋਂ ਕਹਿ ਰਹੇ ਸੀ ਕਿ ਠੇਕੇ ਬੰਦ ਸੀਗੇ। ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਆ, ਉਹਨਾਂ ਦੀ ਸਟੇਟਮੈਂਟ ਆਈ ਹੈਗੀ ਆ ਕਿ ਠੇਕੇ ਬੰਦ ਸੀਗੇ, ਔਰ ਉਹਦੇ ਕਰਕੇ ਜਿਹੜੀ ਇਹ ਨਕਲੀ ਸ਼ਰਾਬ ਹੈ ਉਹ ਉਸ ਵੇਲੇ ਉਦੋਂ ਸਪਲਾਈ ਹੋ ਗਈ ਹੈ। ਤੇ ਬੜੀ ਮਤਲਬ ਹਾਸੋਹੀਣੀ ਗੱਲ ਇਹ ਲੱਗਦੀ ਹੈਗੀ ਆ ਕਿ ਜਿਸ ਵੇਲੇ ਪੂਰਾ ਕਰਫਿਊ ਸੀਗਾ ਉਸ ਵੇਲੇ ਵੀ ਅਸੀਂ ਗਰਾਊਂਡ ਜ਼ੀਰੋ ਤੇ ਰਹੇ ਹਾਂ, ਅਸੀਂ ਲੋਅਰ ਲੈਵਲ ਤੇ, ਥੱਲੇ ਲੈਵਲ ਤੇ ਅਸੀਂ ਸਾਰੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਹਾਂ। ਅਸੀਂ ਉਦੋਂ ਵੀ ਵੇਖਦੇ ਰਹੇ ਹਾਂ ਕਿ ਜਿਹੜੇ ਠੇਕੇ ਹੈ ਚਾਹੇ ਫਰੰਟ ਤੋਂ ਬੰਦ ਹੁੰਦੇ ਸੀ, ਲੇਕਿਨ ਪਿੱਛੋਂ ਦੇ ਉੱਤੋਂ ਦੀ ਸ਼ਰਾਬ ਉਹਨਾਂ ਦੇ ਵਿਕਦੀ ਰਹਿੰਦੀ ਸੀ। ਔਰ ਬੜਾ ਇਹ ਆਪਣੇ ਦੇ ਵਿੱਚ ਬੜਾ ਇਹ ਬਿਆਨ ਉਹਨਾਂ ਦਾ ਜਿਹੜੀ ਸਟੇਟਮੈਂਟ ਹੈਗੀ ਹੈ ਬੜੀ ਇਹ ਚਿੰਤਾਜਨਕ ਹੈਗੀ ਹੈ ਕਿ ਕਿਉਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਕਿਉਂ ਮੌਤਾਂ ਹੋਈਆਂ, ਕਿੱਥੋਂ ਸ਼ਰਾਬ ਆਈ, ਉਹ ਕਿਉਂਕਿ ਪੋਲੀਟੀਕਲ ਬੰਦਿਆਂ ਦਾ ਹੱਥ ਆ ਰਿਹਾ ਅੱਗੇ। ਕਿਉਂਕਿ ਜਿਹੜੇ ਐਜੀਟੇਸ਼ਨ ਚੱਲ ਰਹੇ ਹੈਗੇ ਆ, ਕਦੇ ਜਲੰਧਰ, ਅੱਜ ਜਲੰਧਰ ਪਟਿਆਲੇ ਦੇ ਵਿੱਚ ਐਜੀਟੇਸ਼ਨ ਸੀਗਾ, ਔਰ ਮੈਂ ਇਕੱਲੀ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ, ਅਕਾਲੀ ਦਲ ਐਜੀਟੇਸ਼ਨ ਕਰ ਰਿਹਾ, ਆਮ ਆਦਮੀ ਪਾਰਟੀ ਵੀ ਸਰਕਾਰ ਨੂੰ ਘੇਰ ਰਹੀ ਹੈ, ਹੋਰ ਵੀ ਪਾਰਟੀਆਂ ਸਰਕਾਰ ਨੂੰ ਐਲੀਗੇਸ਼ਨ ਲਾ ਰਹੀਆਂ, ਬਲੇਮ ਕਰ ਰਹੀਆਂ, ਘੇਰ ਰਹੀਆਂ ਹੈਗੀਆਂ ਨੇ ਕਿ ਜਿਹੜੀ ਇਹ ਨਕਲੀ ਸ਼ਰਾਬ ਹੈ ਇਹ ਕਿੱਥੋਂ ਆਈ, ਇਹ ਕਿਹੜੇ ਬੰਦਿਆਂ ਦਾ ਹੱਥ ਹੈ ਇਹਦੇ ਵਿੱਚ। ਜੇਕਰ ਹੁਣ ਸਪੋਜ਼ ਕਰੋ ਜੇ ਕੋਈ ਕਿਤੇ ਵੀ ਕਿਸੇ ਵੀ ਹਲਕੇ ਦੇ ਵਿੱਚ ਕੋਈ ਕਾਂਡ ਹੁੰਦਾ ਹੈਗਾ ਤਾਂ ਉੱਥੋਂ ਦਾ ਐਮਐਲਏ ਜਾਂ ਉੱਥੋਂ ਦਾ ਜਿਹੜਾ ਮੇਨ ਮੁਖੀ ਲੀਡਰ ਹੁੰਦਾ ਉਹੀ ਹੀ ਜ਼ਿੰਮੇਵਾਰ ਹੁੰਦਾ, ਕਿਉਂਕਿ ਜੇਕਰ ਉਹਨੂੰ ਕੋਈ ਸ਼ਹਿ ਹੁੰਦੀ ਹੈ ਕਿਸੇ ਵਿਅਕਤੀ ਨੂੰ ਤਾਂ ਉਹ ਸਿਰਫ ਸਾਡੇ ਜਿਹੜਾ ਨੁਮਾਇੰਦਗੀ ਕਰਦਾ ਹੈਗਾ ਹਲਕੇ ਦੀ, ਉਸੇ ਦੀ ਸ਼ਹਿ ਹੋਊਗੀ, ਉਸੇ ਅਫਸਰਾਂ ਦੀ ਸ਼ਹਿ ਹੋਊਗੀ ਜਿਹੜੇ ਉੱਥੇ ਲੱਗੇ ਹੋਣਗੇ। ਤਾਂ ਇਹ ਸਾਰੇ ਮਾਮਲੇ ਦੇ ਵਿੱਚ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਈ ਅਫਸਰਾਂ ਨੂੰ ਸਸਪੈਂਡ ਵੀ ਕੀਤਾ, ਡੀਐਸਪੀ ਲੈਵਲ ਦੇ ਅਫਸਰਾਂ ਨੂੰ ਸਸਪੈਂਡ ਕੀਤਾ, ਐਸਐਚਓ ਲੈਵਲ ਦੇ ਅਫਸਰਾਂ ਨੂੰ ਸਸਪੈਂਡ ਕੀਤਾ, ਲੇਕਿਨ ਸਸਪੈਂਡ ਤੇ ਗੱਲ ਨਹੀਂ ਖੜੀ, ਮੌਤਾਂ ਹੋਈਆਂ, ਘਰ ਉਜੜੇ ਆ ਕਈ ਘਰ। ਮੈਂ ਇਹੋ ਜਿਹੇ ਮੈਂ ਸੁਣ ਰਿਹਾ ਸੀਗਾ ਮੀਡੀਆ ਦੇ ਉੱਤੇ ਆ ਰਿਹਾ ਸੀਗਾ ਕਿ ਇੱਕ ਘਰ ਦਾ ਇੱਕ ਵਿਅਕਤੀ ਸੀ, ਦੋ ਉਹਦੀਆਂ ਬੱਚੀਆਂ ਸੀਗੀਆਂ, ਔਰ ਉਹ ਇਕੱਲਾ ਵਿਅਕਤੀ ਸਿਰਫ ਜਿਹੜਾ ਉਹਦੇ ਮਾਂ-ਬਾਪ ਸੀਗੇ ਬਜ਼ੁਰਗ, ਔਰ ਉਹਨਾਂ ਦੇ ਵਿੱਚ ਕਮਾਉਣ ਵਾਲਾ ਇਕੱਲਾ ਉਹੀ ਸੀਗਾ, ਉਹੀ ਸ਼ਰਾਬ ਪੀ ਕੇ ਜੀ ਉਹਦੀ ਮੌਤ ਹੋ ਗਈ। ਲੇਕਿਨ ਉਸ ਘਰ ਦਾ ਹੁਣ ਉਹ ਚੱਲਣ ਦੇ ਯੋਗ ਨਹੀਂ ਰਿਹਾ, ਘਰ ਉਹਦੇ ਬੱਚੇ ਵੀ ਨਾ ਕਿਤੇ ਪੜ੍ਹ ਸਕਦੇ ਆ ਨਾ ਕਿਤੇ ਜਾ ਸਕਦੇ। ਤਾਂ ਬੜੇ ਇਹ ਬਹੁਤ ਵੱਡੀ ਪੰਜਾਬ ਦੇ ਵਿੱਚ ਤਰਾਸਦੀ ਵਾਪਰੀ ਹੈਗੀ ਹੈ ਇਹ ਸ਼ਰਾਬ ਦੀ। ਔਰ ਅਸੀਂ ਮੰਗ ਕਰਦੇ ਹਾਂ, ਤੁਹਾਡੇ ਜਰੀਏ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਨੂੰ ਇਸ ਮੁੱਦੇ ਤੇ ਸੰਜੀਦਗੀ ਨਾਲ ਜਿਹੜਾ ਸੋਚਣ ਦੀ ਲੋੜ ਹੈਗੀ ਹੈ, ਤਾਂ ਜੋ ਜਿਹੜੀ ਇਹੋ ਜਿਹੀਆਂ ਘਟਨਾਵਾਂ ਹੈਗੀਆਂ ਪੰਜਾਬ ਦੇ ਵਿੱਚ ਨਾ ਹੋਣ। ਕਿਉਂਕਿ ਪੰਜਾਬ ਹੈ ਜਿਹੜਾ ਇਹ ਸਾਡਾ ਬੜਾ ਵਧੀਆ ਸੂਬਾ ਹੈਗਾ, ਔਰ ਜੇ ਇਹਨੂੰ ਸੂਬੇ ਨੂੰ ਅਸੀਂ ਵਧੀਆ ਰੱਖਣਾ ਚਾਹੁੰਦੇ ਹਾਂ ਤਾਂ ਇੱਥੇ ਕੁਛ ਨਾ ਕੁਛ ਸਾਨੂੰ ਸੁਧਾਰ ਕਰਨ ਦੀ ਲੋੜ ਹੈਗੀ ਆ। ਲਾਅ ਐਂਡ ਆਰਡਰ ਦੀ ਜੇਕਰ ਗੱਲ ਕਰੀਏ, ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਤਾਂ ਲਾਅ ਐਂਡ ਆਰਡਰ ਵੀ ਪੰਜਾਬ ਦਾ ਬੜਾ ਖਰਾਬ ਹੁੰਦਾ ਜਾ ਰਿਹਾ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈਗੀ ਹੈ। ਮਗਰ ਇੱਥੇ ਮੁੱਦਾ ਇਹ ਹੈਗਾ ਕਿ ਇਹੋ ਹੀ ਡਿਪਾਰਟਮੈਂਟ ਖੁਦ ਮੁੱਖ ਮੰਤਰੀ ਕੋਲ ਆਪ ਹੈਗਾ ਵਾ, ਹੁਣ ਕਾਰਵਾਈ ਕਿਹਦੇ ਅਗੇਂਸਟ ਹੋਏਗੀ? ਮੁੱਖ ਮੰਤਰੀ ਦੇ ਅਗੇਂਸਟ ਹੋਏਗੀ ਕਿ ਜਾਂ ਜਿਹੜੇ ਉਹ ਪਿਆਦੇ ਕਰਿੰਦੇ ਹੈਗੇ ਨੇ ਐਸਐਸਪੀ ਜਾਂ ਐਸਪੀ ਜਾਂ ਐਸਐਚਓ, ਇਹ ਡੀਐਸਪੀ, ਇਹਨਾਂ ਨੂੰ ਸਸਪੈਂਡ ਕਰਕੇ ਬਸ ਪੱਲਾ ਝਾੜ ਲਿਆ ਜਾਏਗਾ? ਬਿਲਕੁਲ, ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇਨਕੁਆਇਰੀ ਲਾਈ ਹੈਗੀ ਹੈ, ਇਹ ਇਨਕੁਆਇਰੀ ਦੇ ਵਿੱਚ ਇੱਕ ਸਾਫ਼ ਤੌਰ ਤੇ ਸਪਸ਼ਟ ਕੀਤਾ ਹੈਗਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਸ ਦੀ ਕੋਈ ਗਲਤੀ ਇਸ ਦੇ ਵਿੱਚ ਸਾਹਮਣੇ ਆਉਂਦੀ ਹੈਗੀ ਹੈ। ਲੇਕਿਨ ਪਹਿਲੀ ਗੱਲ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੇ ਆਪਣੇ ਕੋਲੇ ਇਹ ਮਹਿਕਮਾ,
ਦੂਜੀ ਗੱਲ ਇਹ ਕਿ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਹੈਗਾ ਕਿ ਜਿਹੜਾ ਐਕਸਾਈਜ਼ ਐਕਟ ਹੈਗਾ ਉਹਦੇ ਵਿੱਚ ਸੋਧ ਕਰਕੇ ਬਣਦੀ ਕਾਰਵਾਈ ਹੈ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਜਾਊਗੀ। ਕੀ ਜਿਹੜਾ ਐਕਸਾਈਜ਼ ਐਕਟ ਹੈਗਾ ਜਦੇ ਇੰਨੇ ਬੰਦੇ ਮਰੇ ਹੈਗੇ ਆ ਫਿਰ ਸੋਧ ਕੀਤੀ ਜਾਊਗੀ ਉਹਦੇ ਚ, ਪਹਿਲਾਂ ਕਿਉਂ ਨਹੀਂ ਸੋਧ ਕੀਤੀ ਗਈ ਉਹਦੇ ਵਿੱਚ? ਕਿਉਂਕਿ ਇਹਦੇ ਬੜਾ ਇੱਕ ਸੰਵੇਦਨਸ਼ੀਲ ਮੁੱਦਾ ਹੈਗਾ। ਇਹਦੇ ਉੱਤੇ ਠੀਕ ਹੈ ਸਿਆਸੀ ਲੋਕ ਹੈ ਜਿਹੜਾ ਸਿਆਸੀ ਤਰੀਕੇ ਨਾਲ ਉਹ ਇਲਾਹਾ ਲੈਣ ਵਾਸਤੇ ਇੱਕ ਦੂਜੇ ਤੇ ਐਲੀਗੇਸ਼ਨ ਲਾਉਂਦੇ ਹੈਗੇ ਆ, ਲੇਕਿਨ ਜੇਕਰ ਗੱਲ ਕਰੀਏ ਆਮ ਪਬਲਿਕ ਦੀ ਤਾਂ ਆਮ ਪਬਲਿਕ ਦਾ ਕੋਈ ਕਸੂਰ ਨਹੀਂ ਹੈ। ਕਿਉਂਕਿ ਇਸ ਦੇ ਵਿੱਚ ਜੇਕਰ ਮਰੇ ਆ ਤਾਂ ਲੋਅਰ ਲੈਵਲ ਦੇ ਤਬਕੇ ਦੇ ਜਿਹੜੇ ਲੋਕ ਆ, ਗਰੀਬ ਤਬਕੇ ਦੇ ਜਿਹੜੇ ਲੋਕ ਆ ਉਹ ਮਰੇ ਆ। ਜਿਹੜੇ ਡੇਲੀ ਦੀ ਮੇਰੇ ਮਤਲਬ ਐਸਟੀਮੇਟ ਦੇ ਮੁਤਾਬਕ ਜਿਹੜੇ ਵਿਅਕਤੀ ਦਿਹਾੜੀਦਾਰ ਵਿਅਕਤੀ ਆ ਜਿਹੜੇ 100 ਜਾਂ 50 ਰੁਪਏ ਦੇ ਕੋ ਲੈ ਕੇ ਕੁਝ ਡੇਲੀ ਪੀਣ ਵਾਲੇ ਵਿਅਕਤੀ ਹੈਗੇ ਆ ਉਹਨਾਂ ਦੀ ਡੈਥ ਹੋਈ ਹੈ। ਮਿਡਲ ਫੈਮਲੀਆਂ ਦੀ ਜਾਂ ਕਿਸੇ ਹਾਈ ਲੈਵਲ ਦੇ ਸਕੌਚ ਪੀਣ ਵਾਲਿਆਂ ਦੀ ਡੈਥ ਨਹੀਂ ਹੋਈਗੀ। ਇਸ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਜਿਹੜੇ ਐਕਟ ਹੈਗੇ ਆ ਇਹਨੂੰ ਬਜਾਏ ਇਸ ਦੇ ਕਿ ਅਸੀਂ ਮੌਕੇ ਤੇ ਜਦੋਂ ਇਹ ਘਟਨਾ ਵਾਪਰ ਜਾਂਦੀਆਂ ਉਦੋਂ ਅਸੀਂ ਇਹਨਾਂ ਦੇ ਵਿੱਚ ਸੋਧ ਕਰੀਏ, ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਸੋਧ ਕੀਤਾ ਜਾਂਦਾ? ਮੈਂ ਇਹਦੇ ਤੇ ਇਹ ਵੀ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ, ਕਿਉਂਕਿ ਜਿਹੜੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਆ ਤੇ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਦੁੱਲੋ ਤੇ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਉਹਨਾਂ ਦੇ ਪੰਜਾਬ ਦੇ, ਇਹਨਾਂ ਨੇ ਕਿਹਾ ਕਿ ਜਿਹੜਾ ਐਕਟ ਆਲਰੇਡੀ ਹੈਗਾ ਉਹ ਇਨਸਫੀਸ਼ੀਐਂਟ ਹੈਗਾ ਅਗਰ ਉਸੇ ਨੂੰ ਹੀ ਲਾਗੂ ਕੀਤਾ ਜਾਏ। ਇਹ ਹੁਣ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਉਹ ਕਹਿ ਲਓ ਨਾ ਵੀ ਸਿਰਫ ਇੱਕ ਕਮੇਟੀ ਬਣਾ ਦੇਣਗੇ 6 ਮਹੀਨੇ ਉਹਦਾ ਰਿਜ਼ਲਟ ਨਹੀਂ ਕੋਈ ਆਊਗਾ, ਸਾਲ ਇੱਕ ਬਾਅਦ ਚੋਂ ਉਹ ਐਕਟ ਨਵਾਂ ਬਣਨ 'ਚ ਲੱਗ ਜਾਏਗਾ। ਬਸ ਜਿਸ ਤਰੀਕੇ ਨਾਲ ਇਹਨਾਂ ਨੇ ਗੁਟਕਾ ਸਾਹਿਬ ਦੇ ਉੱਤੇ ਸਹੁੰ ਖਾਧੀ ਸੀ ਕਿ 100 ਦਿਨਾਂ ਦੇ ਵਿੱਚ ਜਾਂ ਪਤਾ ਨਹੀਂ ਕਿੰਨੇ ਦਿਨ ਦਿੱਤੇ ਸੀ ਵੀ ਉਹਦੇ ਅੰਦਰ ਸਾਰੇ ਨਸ਼ੇ ਖਤਮ, ਸਭ ਨੂੰ ਨੌਕਰੀਆਂ ਮਿਲ ਗਈਆਂ ਤੇ ਸਭ ਨੂੰ ਇਹ ਉਸੇ ਤਰ੍ਹਾਂ ਦਾ ਇੱਕ ਪੜਦਾ ਪਾਇਆ ਜਾ ਰਿਹਾ। ਬਿਲਕੁਲ, ਮੈਂ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਪੰਜਾਬ ਦੇ ਲੋਕ ਖਾਸ ਕਰਕੇ ਬੜੇ ਸਿਆਣੇ ਹੋ ਚੁੱਕੇ ਨੇ। ਜਿਹੜੀ ਸੋਸ਼ਲ ਮੀਡੀਆ ਹੈਗੀ ਹੈ ਇਹਦੇ 'ਚ ਬੜੀ ਪਾਵਰ ਹੈਗੀ ਹੈ। ਮੇਰੇ ਹਿਸਾਬ ਨਾਲ ਲੋਕਾਂ ਦੇ ਵਿੱਚ ਵੀ ਇਹ ਗੱਲ ਆ ਗਈ ਹੈਗੀ ਹੈ ਕਿ ਜੇਕਰ ਤੁਰੰਤ ਐਕਸ਼ਨ ਹੁੰਦਾ ਤਾਂ ਸਮਝੋ ਪੋਲੀਟੀਕਲ ਨਹੀਂ, ਜੇਕਰ ਐਕਸ਼ਨ ਨੂੰ ਲਟਕਾ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਸਿਆਸਤ ਉਹਦੇ ਤੇ ਭਾਰੂ ਹੁੰਦੀ ਹੈ। ਇਸੇ ਤਰ੍ਹਾਂ ਹੀ ਜੇਕਰ ਵੇਖ ਲਈਏ ਤਾਂ ਹੁਣ ਤੋਂ ਅਸੀਂ ਛੋਟੇ ਹੁੰਦੇ ਤੱਕ ਸੁਣਦੇ ਆਏ ਹਾਂ, ਅੱਜ ਤੱਕ ਸੁਣਦੇ ਆਏ ਹਾਂ ਛੋਟੇ ਹੁੰਦਿਆਂ ਤੋਂ ਵੀ 84 84 84 84 84 ਉਹ ਹਜੇ ਤੱਕ ਚੱਲੀ ਜਾਂਦਾ। ਹੁਣ 84 ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆ ਗਿਆ। 2015 ਤੋਂ 2 ਸਰਕਾਰਾਂ ਚੇਂਜ ਹੋ ਗਈਆਂ, ਇਹਨਾਂ ਤੋਂ ਵੀ ਹਜੇ ਕੁਝ ਵੀ ਨਹੀਂ ਹੋਇਆਗਾ। ਪਹਿਲਾਂ ਵੀ ਇਹਨਾਂ ਨੇ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਠਹਿਰਾਇਆ, ਹੁਣ ਵੀ ਇਹਨਾਂ ਨੇ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਠਹਿਰਾਇਆ। ਬਿਲਕੁਲ ਇਸੇ ਤਰੀਕੇ ਨਾਲ ਪੋਲੀਟੀਕਲੀ ਜਿਹੜੀ ਜਦੋਂ ਉਹੀ ਗੱਲ ਆ ਗਈ ਵੀ ਜਦੋਂ ਜੇਕਰ ਤੁਰੰਤ ਕਿਸੇ ਚੀਜ਼ ਤੇ ਐਕਸ਼ਨ ਹੋਊਗਾ ਜਾਂ ਹੁੰਦਾ ਹੈਗਾ ਤਾਂ ਲੋਕ ਸਿਆਣੇ ਨੇ ਵੀ ਇਹ ਬਹੁਤ ਵਧੀਆ ਕਲੀਅਰ ਐਂਡ ਫੇਅਰ ਹੋਇਆ ਹੈਗਾ। ਤਾਂ ਜੇਕਰ ਇਹਨੂੰ ਲਟਕਾਇਆ ਜਾਊਗਾ ਤਾਂ ਇਹਦੇ ਵਿੱਚ ਸਿਆਸਤ ਆਊਗੀ। ਇਹ ਲੋਕ ਬੜੇ ਭਲੀਭਾਂਤ ਜਾਣਦੇ ਨੇ ਔਰ ਇਹ ਹੋਇਆ ਵੀ ਹੈ ਪਿਛਲੇ ਦਿਨਾਂ ਦੇ ਵਿੱਚ। ਕਈ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੁਰੰਤ ਫੈਸਲਾ ਲਿਆ ਹੈਗਾ ਔਰ ਜਦੋਂ ਤੁਰੰਤ ਫੈਸਲਾ ਲੈਂਦੇ ਆ ਇਟ ਮੀਨਸ ਇਹ ਹੈ ਵੀ ਸਰਕਾਰ ਨਾਂ ਦੀ ਕੋਈ ਚੀਜ਼ ਹੈਗੀ ਹੈ। ਜੇਕਰ ਨਹੀਂ ਫੈਸਲਾ ਉਹਨਾਂ ਤੋਂ ਲਟਕਦਾ ਹੈਗਾ, ਉਹਨਾਂ ਦੇ ਸੱਜੇ ਖੱਬੇ ਵਾਲੇ ਜੇਕਰ ਉਹਨਾਂ ਨੂੰ ਸਿਫਾਰਸ਼ਾਂ ਕਰਦੇ ਆ, ਕਿਉਂਕਿ ਸਿਆਸਤ ਬਹੁਤ ਭਾਰੀ ਹੈਗੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ। ਸਾਡੇ ਪੰਜਾਬ ਦੇ ਵਿੱਚ ਤਾਂ ਇੱਕ ਕਹਾਵਤ ਬਣੀ ਹੋਈ ਹੈ ਕਿ ਘਰ ਘਰ ਦੇ ਵਿੱਚ ਲੀਡਰ ਪੈਦਾ ਹੋਏ ਹੋਏ ਆ, ਘਰ ਘਰ ਦੇ ਵਿੱਚ ਲੀਡਰ ਪੈਦਾ ਹੋਏ ਆ ਤਾਂ ਸਿਆਸਤ ਬਹੁਤ ਭਾਰੂ ਹੈਗੀ ਹੈ। ਜਦੋਂ ਸਿਆਸਤ ਵੜ ਜਾਂਦੀ ਹੈਗੀ ਹੈ ਤਾਂ ਇਹੋ ਜਿਹੇ ਜਿਹੜੇ ਮੁੱਦੇ ਹੈਗੇ ਆ ਤਾਂ ਜ਼ਾਹਿਰ ਹੈਗਾ ਕਿ ਉਹਨਾਂ ਨੇ ਰੁਲਣਾ ਹੀ ਹੁੰਦਾ, ਉਹਨਾਂ ਨੇ ਲਟਕਣਾ ਹੀ ਹੁੰਦਾ। ਬਿਲਕੁਲ ਠੀਕ। ਤੇ ਇਹਦੇ ਨਾਲ ਇੱਕ ਹੁਣ ਇਹ ਬੜੀ ਦੇਖਣ ਦੇ ਵਿੱਚ ਆ ਰਹੀ ਹੈ ਕਿ ਇਨਸਾਨੀਅਤ ਬੜੀ ਸ਼ਰਮਸਾਰ ਹੋ ਰਹੀ ਹੈ ਪੰਜਾਬ ਦੇ ਵਿੱਚ। ਜਿੱਥੇ ਕਿਤੇ ਬੱਚੇ ਜਿਹੜੇ ਹੈਗੇ ਨੇ ਆਪਣੇ ਮਾਪਿਓ ਨੂੰ ਪੂਜਦੇ ਨੇ, ਉੱਥੇ ਹੁਣ ਬੱਚੇ ਮਾਪਿਓ ਦੇ ਸਾਹਮਣੇ ਆਪਣੀ ਦਾਦੀ ਨੂੰ ਕੁੱਟ ਦਿੰਦੇ ਨੇ। ਇਹ ਕੀ ਮੁੱਦਾ ਜੀ? ਬਿਲਕੁਲ, ਮੈਂ ਦੱਸਣਾ ਚਾਹੂੰਗਾ ਕਿ ਪਿੰਡ ਭੜੋਲੇ ਜ਼ਿਲ੍ਹਾ ਲੁਧਿਆਣਾ ਦਾ ਇਹ ਜਿਹੜਾ ਹੈਗਾ ਮਾਮਲਾ ਸਾਹਮਣੇ ਆਇਆ ਹੈਗਾ। ਬੜੀ ਦਰਦਨਾਕ ਜਿਹੜੀ CCTV ਫੁਟੇਜ ਜਿਹੜੀ ਸਾਹਮਣੇ ਆਈ ਹੈਗੀ ਹੈ ਕਿ ਇੱਕ 70 ਸਾਲਾ ਬਜ਼ੁਰਗ ਹੈਗੀ ਆ, ਉਹਦਾ ਆਪਦਾ ਪੋਤਾ ਪਹਿਲਾਂ ਘਰ ਦੇ ਵਿੱਚੋਂ ਥੱਪੜ ਮਾਰ ਕੇ ਗਲੀ ਦੇ ਵਿੱਚ ਸੁੱਟਦਾ, ਉਸ ਤੋਂ ਬਾਅਦ ਉਹਨੂੰ ਧੱਕੇ ਵੀ ਦਿੰਦਾ, ਉਹਨੂੰ ਮਾੜਾ ਚੰਗਾ ਵੀ ਬੋਲਦਾ। ਉਸ ਤੋਂ ਬਾਅਦ ਉਹਦੀ ਜਿਹੜੀ ਵੀਡੀਓ ਹੈਗੀ ਆ ਉਹ ਵਾਇਰਲ ਹੋ ਜਾਂਦੀ ਹੈ। ਜਦੋਂ ਵਾਇਰਲ ਹੁੰਦੀ ਹੈਗੀ ਹੈ ਤਾਂ ਉਹ ਉੱਥੇ ਮੀਡੀਆ ਵੀ ਪਹੁੰਚਦਾ। ਜਦੋਂ ਸੋਸ਼ਲ ਮੀਡੀਆ ਉੱਥੇ ਪਹੁੰਚਦਾ ਤਾਂ ਉਦੋਂ ਫਿਰ ਗੱਲ ਸਾਹਮਣੇ ਕੀ ਆਉਂਦੀ ਹੈ? ਗੱਲ ਸਾਹਮਣੇ ਇਹ ਆਉਂਦੀ ਹੈ ਕਿ ਜਿਹੜਾ ਉਹ ਲੜਕਾ ਹੈਗਾ ਉਹ ਨਸ਼ੇ ਦਾ ਆਦੀ ਹੈਗਾ ਔਰ ਉਹਦੀ ਮਾਂ ਉਹਨੂੰ ਬਚਾਉਂਦੀ ਰਹਿੰਦੀ ਹੈ। ਉਹਦੇ ਗੁਆਂਢ ਦੇ ਵਿੱਚ CCTV ਕੈਮਰੇ ਲੱਗੇ ਹੈਗੇ ਆ। ਉਹਦੇ ਗੁਆਂਢ ਦੇ ਵਿੱਚ ਜਿਹੜੇ CCTV ਕੈਮਰੇ ਆ ਉਹਦੇ ਵਿੱਚ ਉਹ ਜਿਹੜੀ ਘਟਨਾ ਕੈਦ ਹੋ ਜਾਂਦੀ ਹੈ।
ਉਹ ਜਿਹੜੇ ਆਂਢ ਗੁਆਂਢ ਵਾਲੇ ਲੋਕ ਹੈ ਜਾਂ ਪਿੰਡ ਦੇ ਲੋਕ ਹੈ ਉਸ ਵਿਅਕਤੀ ਤੋਂ ਦੁਖੀ ਵੀ ਬਹੁਤ ਹੈਗੇ ਆ, ਕਿਉਂਕਿ ਜ਼ਾਹਿਰ ਹੈਗਾ ਕਿ ਜਿਹੜੇ ਨਸ਼ੇ ਕਰਨ ਵਾਲਾ ਵਿਅਕਤੀ ਆ ਕਿਤੇ ਨਾ ਕਿਤੇ ਉਹਨੇ ਆਪਦੀਆਂ ਕੋਈ ਮਾੜੀਆਂ ਚੰਗੀਆਂ ਹਰਕਤਾਂ ਉਹਨੇ ਪਿੰਡ 'ਚ ਜਾਂ ਜਿੱਥੇ ਰਹਿਣ ਵਾਲਾ ਹੈਗਾ ਉਹਨੇ ਕਰਨੀਆਂ ਹੀ ਕਰਨੀਆਂ। ਤਾਂ ਗੁਆਂਢ ਵਾਲੇ ਲੋਕ ਵੀ ਉਹਦੇ ਨਾਲ ਪਹਿਲਾਂ ਲੜ ਵੀ ਚੁੱਕੇ ਆ, ਦੁਖੀ ਵੀ ਬਹੁਤ ਹੈਗੇ ਆ। ਤੇ ਜਦੋਂ CCTV ਸਾਹਮਣੇ ਫੁਟੇਜ ਆਉਂਦੀ ਹੈਗੀ ਆ ਤਾਂ ਉਹਦੀ ਜਿਹੜੀ ਮਾਂ ਹੈਗੀ ਆ ਮੁੰਡੇ ਦੀ, ਉਹ ਆਪਦੀ ਸੱਸ ਕੋਲੇ ਜਾ ਕੇ ਮੰਜੇ ਤੇ ਬਹਿੰਦੀ ਹੈ, ਉਹ ਬੜਾ ਉਹਨੂੰ ਪਿਆਰ ਕਰਦੀ ਆ, ਨਹੀਂ ਜੀ ਅਸੀਂ ਤਾਂ ਕੀਤਾ ਹੀ ਨਹੀਂ। ਹਾਲਾਂਕਿ CCTV ਫੁਟੇਜ ਸਾਹਮਣੇ ਹੈਗੀ ਆ, ਪਿੰਡ ਵਾਲੇ ਲੋਕ ਬੋਲਦੇ ਆ ਵੀ ਬਿਲਕੁਲ ਇਹ ਅੱਜ ਨਹੀਂ ਇਕੱਲੀ ਘਟਨਾ ਇਸ ਮੁੰਡੇ ਨੇ ਕੀਤੀ, ਪਹਿਲਾਂ ਵੀ ਇਹ ਕਈ ਇਹੋ ਜਿਹੀਆਂ ਘਟਨਾ ਕਰ ਚੁੱਕਿਆ ਹੈਗਾ। ਤਾਂ ਮੈਂ ਸਮਝਦਾ ਵੀ ਇਨਸਾਨੀਅਤ ਜਿਹੜੀ ਹੈਗੀ ਆ ਉਹ ਸ਼ਰਮਨਾਕ ਸਾਰ ਹੋਈ ਹੈ ਇੱਥੇ, ਕਿਉਂਕਿ ਇੱਕ 70 ਸਾਲਾ ਬਜ਼ੁਰਗ ਉਹਦੀ ਮੈਂ ਸੁਣ ਰਿਹਾ ਸੀਗਾ ਕਿ ਉਹਦੀਆਂ 2 ਬੇਟੀਆਂ ਸੀ ਔਰ 1 ਬੇਟਾ ਸੀ, ਮੈਨੂੰ ਆਈ ਥਿੰਕ ਸੋਚਿਆ ਹੈਗਾ, ਲੇਕਿਨ ਉਹ ਤਿੰਨੇ ਉਹਦੀ ਡੈਥ ਹੋ ਚੁੱਕੀ ਹੈਗੀ ਹੈ, ਉਹਦਾ ਕੋਈ ਬੱਚਾ ਨਹੀਂ ਹੈਗਾ ਹੁਣ ਇਸ ਟਾਈਮ ਦੁਨੀਆ ਦੇ ਉੱਤੇ। ਤਾਂ ਬੜੀ ਇੱਕ ਇਮੋਸ਼ਨਲੀ ਹੈਗੀ ਹੈ ਹੈਗੀ ਹੈ ਕਿ ਸਾਨੂੰ ਇਹੋ ਜਿਹੀਆਂ ਘਟਨਾ ਨੂੰ ਅੰਜਾਮ ਹੈ ਜਿਹੜਾ ਨਹੀਂ ਦੇਣਾ ਚਾਹੀਦਾ, ਚਾਹੇ ਜਾਣ ਬੁੱਝ ਕੇ ਚੱਲ ਅਣਜਾਣਿਆ, ਕਿਉਂਕਿ ਜਿਹੜੇ ਬਜ਼ੁਰਗ ਆ ਸਾਡੇ ਸਿਰ ਦਾ ਸਰਮਾਇਆ ਹੁੰਦੇ ਨੇ, ਸਾਡੇ ਘਰਾਂ ਦੇ ਜਿੰਦੇ ਹੁੰਦੇ ਨੇ, ਤਾਂ ਜਿੰਦਿਆਂ ਦੀ ਬਹੁਤ ਲੋੜ ਹੁੰਦੀ ਹੈ। ਇਸ ਕਰਕੇ ਬਹੁਤ ਮਾੜੀ ਘਟਨਾ ਹੋਈ ਹੈ ਜਿਹੜੀ ਹੋਈ ਹੈਗੀ ਆ, ਔਰ ਪਿੰਡ ਵਾਸੀਆਂ ਨੂੰ ਵੀ ਜਿੱਥੇ ਉਹਨਾਂ ਨੇ ਸਾਹਮਣੇ ਗੱਲ ਲਿਆਂਦੀ ਹੈਗੀ ਹੈ CCTV ਦੀ ਫੁਟੇਜ ਦੇ ਨਾਲ, ਅਸੀਂ ਉਹਨਾਂ ਨੂੰ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਕਿ ਜ਼ਰੂਰ ਠੀਕ ਹੈ ਵੀ ਉਹ ਬੰਦਾ ਉਹ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਜ਼ਰੂਰ ਹੋਊਗਾ, ਲੇਕਿਨ ਕਿਤੇ ਸਾਡੇ ਇਨਸਾਨੀਅਤ ਨਾਤੇ ਇੱਕ ਫਰਜ਼ ਬਣਦਾ ਹੈਗਾ ਕਿ ਜਿਹੜੇ ਇਹੋ ਜਿਹੇ ਨਸ਼ੇ ਦੇ ਆਦੀ ਹੈਗੇ ਨੇ ਵਿਅਕਤੀ, ਇਹਨਾਂ ਨੂੰ ਸੁਧਾਰਨ ਦੇ ਵਿੱਚ ਅਹਿਮ ਰੋਲ ਅਦਾ ਅਸੀਂ ਕਰ ਸਕਦੇ ਹੈਗੇ ਆ। ਅਸੀਂ ਉਹਨੂੰ ਕਿਤੇ ਨਾ ਕਿਤੇ ਫੜ ਕੇ, ਕਿਉਂਕਿ ਉਹਦੀ ਮਾਂ ਜਿਹੜੀ ਹੈਗੀ ਆ ਵਾਰ-ਵਾਰ ਕਹਿ ਰਹੀ ਹੈ, ਮੀਡੀਆ ਦੇ ਵਿੱਚ ਵੀ ਵਾਰ-ਵਾਰ ਕਹਿ ਗਈ ਹੈ, ਤੁਸੀਂ ਉਹਨੂੰ ਜਿੱਥੇ ਮਰਜ਼ੀ ਫੜਾ ਦਿਓ, ਤੁਸੀਂ ਉਹਨੂੰ ਜਿੱਥੇ ਮਰਜ਼ੀ ਜਮ੍ਹਾਂ ਕਰਾਓ, ਉਹਦਾ ਟ੍ਰੀਟਮੈਂਟ ਕਰਾਓ, ਮੈਂ ਤੁਹਾਡੇ ਨਾਲ ਹੈਗੀ ਹਾਂ। ਤਾਂ ਜ਼ਾਹਿਰ ਹੈਗਾ ਕਿ ਮਾਪੇ ਜ਼ਰੂਰ ਚਾਹੁੰਦੇ ਹੁੰਦੇ ਆ ਕਿ ਇਹੋ ਜਿਹੇ ਬੱਚੇ ਸੁਧਰ ਜਾਣ, ਬੱਚੇ ਵੀ ਸੁਧਰਨਾ ਚਾਹੁੰਦੇ ਹੁੰਦੇ ਆ, ਲੇਕਿਨ ਜਿਹੜਾ ਦਲਦਲ ਨਸ਼ੇ ਦੀ ਹੈਗੀ ਆ ਜਦੋਂ ਇਹਦੇ ਵਿੱਚ ਫਸ ਜਾਂਦਾ ਹੈਗਾ ਤਾਂ ਉਹ ਵਿਅਕਤੀ ਨੂੰ ਨਿਕਲਣਾ ਬਹੁਤ ਔਖਾ ਹੁੰਦਾ। ਉਹਨੂੰ ਨਿਕਲ ਜੇ ਕੱਢ ਸਕਦੀ ਹੈ ਤੇ ਉਹਦੇ ਸੁਸਾਇਟੀ ਕੱਢ ਸਕਦੀ ਹੈ। ਤਾਂ ਅਸੀਂ ਸੁਸਾਇਟੀ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਇਸ ਕਰਕੇ ਤੁਸੀਂ ਜਿਹੜਾ ਇਹੋ ਜਿਹੇ ਬੰਦਿਆਂ ਦਾ, ਵਿਅਕਤੀਆਂ ਦਾ ਜਿਹੜਾ ਹੈਗਾ ਪਰਿਵਾਰ ਦਾ ਸਾਥ ਦੇ ਕੇ ਇਹੋ ਜਿਹੀਆਂ ਘਟਨਾ ਨੂੰ ਰੋਕਣ ਦੇ ਵਿੱਚ ਜਿਹੜਾ ਆਪਣਾ ਅਹਿਮ ਯੋਗਦਾਨ ਪਾਓ। ਸ਼ਰਮਸਾਰ ਕਰਨ ਵਾਲੀ ਇੱਕ ਹੋਰ ਘਟਨਾ ਸਾਹਮਣੇ ਆਈ ਹੈਗੀ ਹੈ, ਤਰਨਤਾਰਨ ਨੂਰਦੀ ਪਿੰਡ ਜਿਹੜਾ ਹੈਗਾ ਉੱਥੋਂ ਦੀ ਇੱਕ ਘਟਨਾ ਸਾਹਮਣੇ ਆਈ ਹੈਗੀ ਹੈ ਕਿ ਇੱਕ ਬਜ਼ੁਰਗ ਦੀ ਵਾਇਰਲ ਹੋ ਰਹੀ ਹੈ, ਵੀਡੀਓ ਵਾਇਰਲ ਹੋ ਗਈ ਹੈ, ਉਹ ਆਪਣੀ ਬੰਦੂਕ ਦੇ ਨਾਲ ਲਾਈਵ ਮਰਡਰ ਕਰਦਾ ਹੈਗਾ ਇੱਕ ਨੌਜਵਾਨ ਦਾ, ਉੱਪਰ ਖੜਾ ਹੈਗਾ ਔਰ ਥੱਲੇ ਉਹ ਜਿਹੜਾ ਨੌਜਵਾਨ ਹੈਗੀ ਆ ਉਹ ਵੀਡੀਓ ਬਣਾ ਰਿਹਾ। ਆਈ ਥਿੰਕ ਜੋ ਮੈਂ ਵੇਖਿਆ ਹੈਗਾ ਸੋਸ਼ਲ ਮੀਡੀਆ ਤੇ ਆ ਰਿਹਾ। ਔਰ ਉਸ ਤੋਂ ਬਾਅਦ ਉਹ ਬਜ਼ੁਰਗ ਨੇ ਉਹ ਜਿਹੜਾ ਹੈਗਾ ਮਰਡਰ ਕਰਨ ਤੋਂ ਪਹਿਲਾਂ ਆਪਦੀ ਇੱਕ ਵੀਡੀਓ ਵਾਇਰਲ ਕੀਤੀ ਸੀ, ਫੇਸਬੁੱਕ ਤੇ ਲਾਈਵ ਹੋਇਆ ਸੀਗਾ ਔਰ ਉਹਦਾ ਮੈਂ ਸਾਰਾ ਲਾਈਵ ਸੁਣਿਆ ਹੈਗਾ। ਉਹ ਘਟਨਾ ਕੀ ਵਾਪਰੀ ਅਸਲ ਦੇ ਵਿੱਚ CCTV ਫੁਟੇਜ ਦੇ ਵਿੱਚ ਜਿਹੜੀ ਸਾਹਮਣੇ ਗੱਲ ਆ ਰਹੀ ਹੈ ਉਹ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਜਿਹੜਾ ਬਜ਼ੁਰਗ ਹੈਗਾ ਉਹਨੇ ਇੱਕ ਨੌਜਵਾਨ ਦਾ, ਮੈਡੀਕਲ ਸਟੋਰ ਕਰਦਾ ਸੀ ਨੌਜਵਾਨ, ਉਹਦਾ ਮਰਡਰ ਕਰਤਾ। ਮਰਡਰ ਦੇ ਪਿੱਛੇ ਗੱਲ ਕੀ ਆ ਰਹੀ ਹੈ, ਉਹ ਜਿੱਥੋਂ ਤੱਕ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਹੈਗਾ, ਉਹ ਬਜ਼ੁਰਗ ਹੈਗਾ ਉਹਦੀਆਂ ਬੇਟੀਆਂ ਹੈਗੀਆਂ, ਉਹ ਕਹਿੰਦਾ ਮੈਂ 38 ਸਾਲ ਦੀ ਫੌਜ ਦੇ ਵਿੱਚ ਮੈਂ ਨੌਕਰੀ ਕੀਤੀ ਹੈ ਔਰ ਉਸ ਤੋਂ ਬਾਅਦ ਮੈਂ ਹੁਣ ਆਪਣੇ ਇੱਥੇ ਘਰ ਦੇ ਵਿੱਚ ਰਹਿ ਰਿਹਾ ਸੀਗਾ ਔਰ ਕੀ ਕਰ ਰਿਹਾ ਉਹ ਫੇਸਬੁੱਕ ਦੇ ਉੱਤੇ ਆਪਣੀ ਗਲੀ ਦੇ ਬਾਹਰ ਆ ਕੇ ਰਸਤੇ ਦੇ ਵਿੱਚ ਇੱਕ ਮੰਜਾ ਢਾ ਲੈਂਦਾ, ਮੰਜੇ ਢਾ ਕੇ ਉਹਦੇ ਤੇ ਆਪਣੇ ਹਥਿਆਰ ਤਿੱਖੇ ਕਰਕੇ ਰੱਖ ਲੈਂਦਾ, ਉਹਦੇ ਤੇ ਕਿਰਪਾਨ ਪਈ ਹੈ, ਕਾਪਾ ਪਿਆ, ਉਹਦੀ ਬੰਦੂਕ ਪਈ ਹੈ ਔਰ ਫੇਸਬੁੱਕ ਦੇ ਉੱਤੇ ਉਹ ਲਾਈਵ ਹੋ ਕੇ ਕਹਿ ਰਿਹਾ ਹੈਗਾ ਕਿ ਫਲਾਨਾ ਜੁੜ ਗਿਆ, ਫਲਾਨਾ ਜੁੜ ਗਿਆ, ਪਿੰਡ ਦਾ ਬੰਦਾ ਜੁੜ ਗਿਆ, ਤੁਸੀਂ ਵੀ ਸੁਣ ਲਓ, ਤੁਸੀਂ ਵੀ ਸੁਣ ਲਓ। ਉਹਦੀ ਆਪਦੀ ਮਿਸੀ ਨੂੰ ਕਹਿ ਰਿਹਾ, ਪਤਨੀ ਨੂੰ ਕਹਿ ਰਿਹਾ ਕਿ ਮੇਰੀ ਪਤਨੀ ਹੁਣੇ ਪੁਲਿਸ ਕੋਲ ਜਾ ਕੇ ਆਈ ਹੈ, ਲੇਕਿਨ ਪੁਲਿਸ ਉਹਦੀ ਕੋਈ ਗੱਲ ਨਹੀਂ ਸੁਣਦੀ। ਕਾਰਨ ਕੀ ਹੈ ਉਹਦਾ ਜਿਹੜਾ ਦੱਸਣ ਪਿੱਛੇ ਹੈਗਾ ਕਿ ਉਹਦੀਆਂ ਬੇਟੀ ਹੈ ਜਿਹੜੀ ਉਹਦੀਆਂ ਫੋਟੋਆਂ ਖਿੱਚ ਰਹੇ ਆ ਨੌਜਵਾਨ, ਔਰ ਉਹਦੀ ਜਿਹੜੀ ਫੋਟੋ ਉਹ ਬਜ਼ੁਰਗ ਦੇ ਦੱਸਣ ਦੇ ਮੁਤਾਬਕ ਹੈ, ਜੋ ਉਹ ਬਜ਼ੁਰਗ ਬੋਲ ਰਿਹਾ ਹੈਗਾ ਫੇਸਬੁੱਕ ਤੇ ਲਾਈਵ ਹੋ ਰਿਹਾ ਹੈਗਾ ਕਿ ਉਹਦੀ ਬੇਟੀ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ, ਲੇਕਿਨ ਉਹਦੀ ਕੰਪਲੇਂਟ ਕਰਨ ਦੇ ਬਾਵਜੂਦ ਵੀ ਉਹਦੀ ਕੋਈ ਪੁਲਿਸ ਦੇ ਵਿੱਚ ਸੁਣਵਾਈ ਨਹੀਂ ਹੁੰਦੀ। ਹੁਣ ਵੀ ਉਹਦੀ ਪਤਨੀ ਉਹ ਕਹਿ ਰਿਹਾ ਵਿੱਚ ਕਿ ਉਹਦੀ ਪਤਨੀ ਹੁਣੇ ਹਜੇ ਥਾਣਿਓਂ ਪੁਲਿਸ ਮੁਲਾਜ਼ਮਾਂ ਕੋਲੋਂ ਹੋ ਕੇ ਆਈ ਹੈ, ਲੇਕਿਨ ਉਹਦੀ ਕੋਈ ਬਾਤ ਨਹੀਂ ਪੁੱਛਦਾ, ਕੋਈ ਨਹੀਂ ਸੁਣਦਾ ਹੈਗਾ। ਤਾਂ ਉਸ ਕਰਕੇ ਉਹਨੂੰ ਅੱਜ ਸਟੈਪ ਚੱਕਣਾ ਪੈ ਰਿਹਾ। ਉਹ ਆਪਦੇ ਲਾਈਵ ਦੇ ਵਿੱਚ ਕਹਿ ਰਿਹਾ ਕਿ ਅੱਜ ਚਾਹੇ 302 ਲੱਗੇ, ਚਾਹੇ ਲੱਗੇ 307, ਮੇਰੇ ਹਥਿਆਰ ਪਏ ਆ, ਇਹਨਾਂ ਦੇ ਨਾਲ ਮੈਂ ਅੱਜ ਨਹੀਂ ਜੇ ਛੱਡਣਾ, ਮੈਂ ਉਹਨੂੰ ਮਾਰ ਕੇ ਹਟੂੰਗਾ। ਜਿਹੜਾ ਉਹ ਨੌਜਵਾਨ ਹੈਗਾ ਕੁਛ ਹੀ ਦੂਰੀ ਦੇ ਉੱਤੇ ਉਹਦਾ ਘਰ ਹੈਗਾ। ਔਰ ਇੱਕ ਗੱਲ ਉਹ ਹੋਰ ਬਜ਼ੁਰਗ ਆਪਣੇ ਮੂੰਹ ਕਹਿ ਰਿਹਾ ਹੈਗਾ ਕਿ ਉਹ ਸਾਹਮਣੇ ਜਿਹੜੀ ਤੁਸੀਂ ਦੁਕਾਨ ਵੇਖ ਰਹੇ ਹੋ, ਉਹ ਦੁਕਾਨ ਦਾ ਕੰਮ ਹੈ ਜਿਹੜਾ ਉਸਾਰੀ ਦਾ, ਉਹ ਉਸ ਨੌਜਵਾਨਾਂ ਨੇ ਅੜਿੱਕਾ ਪਾ ਕੇ ਬੰਦ ਕਰਾਇਆ। ਉੱਥੇ ਉਹ ਗੁਰੂ ਨਾਨਕ ਮੋਦੀ ਖਾਨਾ ਖੋਲ੍ਹਣਾ ਚਾਹੁੰਦਾ ਸੀ ਪਿੰਡ ਦੇ ਗਰੀਬ ਬੰਦਿਆਂ ਵਾਸਤੇ।
ਤਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਹਰਮੀਤ ਜੀ ਇਹ ਵੇਖ ਲੈਂਦੇ ਹੈਗੇ ਆ ਕਿ ਲਾਈਵ ਮਰਡਰ ਹੋ ਗਿਆ ਜਾਂ CCTV ਫੁਟੇਜ ਦੇ ਵਿੱਚ ਆ ਗਿਆ ਕਿ ਸਾਹਮਣੇ ਗੱਲ ਹੋ ਗਈ, ਲੇਕਿਨ ਇਹਦੇ ਪਿੱਛੇ ਜੇਕਰ ਝਾਤ ਮਾਰੀਏ ਤਾਂ ਬੜੀ ਇੱਕ ਤਰਾਸਦੀ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਹੈਗੀਆਂ। ਹੁਣ ਜੇਕਰ ਗੱਲ ਹੈਗੀ ਹੈ, ਜਦੋਂ ਬਜ਼ੁਰਗ ਉੱਪਰ ਖੜਾ ਹੈਗਾ ਉਹ ਆਪਦੀ ਦੁਨਾਲੀ ਦੇ ਵਿੱਚ ਉਹ ਰੌਂਦ ਭਰਦਾ ਹੈਗਾ ਔਰ ਉੱਪਰ ਜਦੋਂ ਫਾਇਰ ਕਰਨੇ ਸ਼ੁਰੂ ਕਰਦਾ ਉਹਦੀ ਵੀ ਫੈਮਿਲੀ ਉੱਪਰ ਖੜੀ ਹੈ ਔਰ ਥੱਲੇ ਜਦੋਂ ਉਹ ਜਿਹੜਾ ਗਲੀ ਦੇ ਵਿੱਚ ਜਿਹੜੇ ਨੌਜਵਾਨ ਖੜੇ ਆ, ਕਿੰਨੇ ਜਣੇ ਖੜੇ ਆ, ਉਹਦੀ ਫੈਮਿਲੀ ਦੇ ਨਾਲ ਵਿੱਚ ਖੜਾ ਹੈਗਾ, ਉਹ ਫਾਇਰ ਕਰਦਾ, ਸ਼ਰੇਆਮ ਉਹ ਫਾਇਰ ਕਰਦਾ ਹੈਗਾ। ਔਰ ਜਦੋਂ ਫਾਇਰ ਕਰਦਾ, ਠੀਕ ਆ, ਸਾਨੂੰ ਜ਼ਰੂਰ ਉਹਦੇ ਵਿੱਚ ਨੁਕਸ ਆਉਂਦਾ ਕਿ ਉਹ ਬੰਦੇ ਨੇ ਫਲਾਨਾ ਬੰਦਾ ਮਾਰਤਾ, ਯਾਰ ਉਹਨੇ ਫਾਇਰ ਮਾਰਿਆ, ਪਰ ਲੇਕਿਨ ਉਹਨੂੰ ਮਾਰਨ ਦੇ ਪਿੱਛੇ ਜਿਹੜੀ ਗੱਲ ਹੁੰਦੀ ਹੈ ਜਾਂ ਜਦੋਂ CCTV ਫੁਟੇਜ ਆ ਜਾਂਦੀ ਹੈ ਉਹਦੀ ਤਹਿਕੀਕਾਤ ਤੱਕ ਜਾਣਾ ਚਾਹੀਦਾ ਹੈਗਾ ਵੀ ਕਿਉਂ ਮਾਰਿਆ ਉਹਨੂੰ। ਤਾਂ ਉਹ ਮੈਂ ਫੇਸਬੁੱਕ ਤੇ ਜਦੋਂ ਦੇਖਿਆ ਉਹਨੂੰ, ਉਹਦੀਆਂ ਜਿਹੜੀਆਂ ਗੱਲਾਂ ਸੁਣੀਆਂ, ਤਾਂ ਮੈਨੂੰ ਇੱਕ ਬੜੀ ਤਰਾਸਦੀ ਲੱਗੀ ਕਿ ਜੇਕਰ ਸਾਡੀ ਪੰਜਾਬ ਪੁਲਿਸ ਬੜੀ ਗੰਭੀਰਤਾ ਨਾਲ ਉਹਦਾ ਇਹ ਮੁੱਦਾ ਵਿਚਾਰਦੀ, ਕਿਉਂਕਿ ਕੋਈ ਵੀ ਪਿਓ ਆਪਣੀਆਂ ਜਵਾਨ ਧੀ ਦੀਆਂ ਫੋਟੋਆਂ ਜਾਂ ਆਪਣੀ ਜਵਾਨ ਧੀ ਦੇ ਬਾਰੇ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੋਊਗਾ। ਤਾਂ ਉਹ ਬਜ਼ੁਰਗ ਸੀ ਜਿਹੜਾ, ਜੇਕਰ ਲਾਈਵ ਹੋ ਰਿਹਾ, ਉਹ ਮੈਨੂੰ ਲੱਗਦਾ ਵੀ 65 ਤੋਂ ਉੱਪਰ ਉਹਦੀ ਉਮਰ ਸੀਗੀ, ਔਰ ਜੇਕਰ ਉਹ ਬੰਦਾ ਲਾਈਵ ਹੋ ਰਿਹਾ, ਜੇਕਰ ਉਹ ਬੰਦਾ ਫੌਜ ਦੇ ਵਿੱਚੋਂ ਪੈਨਸ਼ਨ ਆਇਆ ਹੈਗਾ, ਤਾਂ ਜ਼ਾਹਿਰ ਹੈਗਾ ਕਿ ਉਹ ਪੜ੍ਹਿਆ ਲਿਖਿਆ ਇਨਸਾਨ ਹੋਊਗਾ, ਅਨਪੜ੍ਹ ਇਨਸਾਨ ਨਹੀਂ ਹੋਏਗਾ। ਜੇਕਰ ਉਹ ਫੇਸਬੁੱਕ ਤੇ ਲਾਈਵ ਹੋ ਰਿਹਾ, ਉਹ ਲਾਈਵ ਹੋ ਕੇ ਬੋਲ ਰਿਹਾ ਹੈਗਾ, ਤਾਂ ਇੱਕੋ ਅੱਖਿਆ ਵਾ ਭਰਿਆ ਵਾ ਬੋਲ ਰਿਹਾ ਹੈਗਾ ਕਿ ਉਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਕੁਛ, ਕਿੰਨਾ ਚਿਰ ਉਹਨੇ ਬਰਦਾਸ਼ਤ ਕੀਤਾ ਹੋਊਗਾ, ਜਾਂ ਦੂਸਰੇ ਪਾਸੇ ਪਤਾ ਨਹੀਂ ਕੀ ਗੱਲ ਹੋਊਗੀ। ਮੁੰਡੇ ਦੀ ਵੀ ਸੁਣਨੀ ਚਾਹੀਦੀ ਹੈ, ਜਿਹੜਾ ਮੁੰਡਾ ਮਰਿਆ ਹੈਗਾ, ਗੱਲ ਉਹਦੇ ਨਾਲ ਦੇ ਸਾਥੀ ਹੈਗੇ ਆ ਜਾਂ ਉਹਦੇ ਕੋਈ ਰਿਸ਼ਤੇਦਾਰ ਹੈਗੇ ਆ, ਉਹਦੀ ਵੀ ਸੁਣਨੀ ਚਾਹੀਦੀ ਹੈ। ਤਾਂ ਪੰਜਾਬ ਪੁਲਿਸ ਨੂੰ ਚਾਹੀਦਾ ਹੈਗਾ ਕਿ ਜਿਹੜੀ ਇਹੋ ਜਿਹੀਆਂ ਘਟਨਾਵਾਂ ਇਹਨਾਂ ਨੂੰ ਰੋਕਣ ਲਈ ਤੁਹਾਡਾ ਜਿਹੜਾ ਰੋਲ ਹੈਗਾ ਬਹੁਤ ਅਹਿਮ ਹੈਗਾ। ਜਦੋਂ ਦੋਨੋਂ ਪੱਖ ਆਉਂਦੇ ਹੈਗੇ ਆ, ਤੁਸੀਂ ਉਹਨੂੰ ਸੁਣ ਵਿਚਾਰ ਕੇ ਇਨਸਾਫ ਕਰਨਾ ਚਾਹੀਦਾ ਹੈਗਾ। ਜਦੋਂ ਇਨਸਾਫ ਨਹੀਂ ਹੁੰਦਾ ਤਾਂ ਅੱਕਿਆ ਸੜਿਆ ਬੰਦਾ ਇਹ ਸਟੈਪ ਚੁੱਕਦਾ ਹੈਗਾ, ਜਿਹੜਾ ਸਟੈਪ ਕਿ ਉਸ ਵਿਅਕਤੀ ਨੇ ਇੱਥੇ ਚੁੱਕਿਆ। ਬਿਲਕੁਲ ਸਹੀ। ਤੇ ਜਿਹੜਾ ਹੁਣ ਕਰੋਨਾ ਨੂੰ ਲੈ ਕੇ ਪੰਜਾਬ 'ਚ ਬਿਜ਼ਨਸ ਹੋ ਰਿਹਾ, ਇਹ ਬੜੀ ਮੰਦਭਾਗੀ ਗੱਲ ਹੈ। ਦੋ ਗੱਲਾਂ ਨੇ ਹਰਮੀਤ ਜੀ, ਜੇਕਰ ਪੰਜਾਬ ਦੀ ਗੱਲ ਕਰੀਏ ਕਰੋਨਾ ਦੀ, ਤਾਂ ਕਰੋਨਾ ਦੇ ਮਾਮਲੇ ਪੰਜਾਬ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਜੇਕਰ ਵੇਖੀਏ ਤਾਂ ਬਹੁਤ ਜ਼ਿਆਦਾ ਵੱਧ ਗਏ ਹੈਗੇ ਨੇ। ਔਰ ਪਹਿਲੀ ਗੱਲ, ਦੂਸਰੀ ਗੱਲ ਇਹ ਕਿ ਹੁਣ ਤਾਂ ਲੋਕਾਂ ਨੇ ਸਾਨੂੰ ਸਵਾਲ ਕਰਨੇ ਸ਼ੁਰੂ ਕਰਤੇ ਮੀਡੀਆ ਵਾਲਿਆਂ ਨੂੰ ਕਿ ਜੇਕਰ PPE ਕਿੱਟਾਂ ਪਾ ਕੇ ਕਿਸੇ ਨੂੰ ਕਰੋਨਾ ਪੋਜ਼ਿਟਿਵ ਰਿਪੋਰਟ ਆਉਂਦੀ ਹੈ ਤਾਂ ਉਹਨੂੰ ਘਰੋਂ ਲਿਜਾ ਕੇ ਜਦੋਂ ਵਾਰਡ 'ਚ ਲੈ ਕੇ ਜਾਇਆ ਜਾਂਦਾ, ਜਾਂ ਜਿੱਥੇ ਆਈਸੋਲੇਸ਼ਨ ਵਾਰਡ ਬਣਾਈਆਂ ਹੈਗੀਆਂ ਅੱਡ ਕਾਲਜਾਂ ਦੇ ਵਿੱਚ, ਉੱਥੇ ਲਿਜਾਇਆ ਜਾਂਦਾ, ਤਾਂ ਉਹ ਮਿਡਲ ਫੈਮਿਲੀ ਦੇ ਲੋਕ ਹੁੰਦੇ ਆ ਜਾਂ ਹਾਈ ਫੈਮਿਲੀ ਦੇ ਲੋਕ ਆ। ਜਿਹੜੇ ਝੁੱਗੀਆਂ ਤੇ ਬੈਠੇ ਹੈਗੇ ਆ, ਨੰਗੇ ਪੈਰੀ ਫਿਰਦੇ ਆ, ਸਿਰ ਦੇ ਉੱਤੇ ਇਹਨਾਂ ਦੇ ਕੱਪੜਾ ਨਹੀਂ ਹੁੰਦਾ, ਥਣ ਦੇ ਉੱਤੇ ਕੱਪੜਾ ਨਹੀਂ ਹੁੰਦਾ, ਇਹਨਾਂ ਨੂੰ ਕਰੋਨਾ ਕਿਉਂ ਨਹੀਂ ਹੁੰਦਾ? ਇਹ ਕਿਉਂ ਨਹੀਂ ਉੱਥੇ ਵਾਰਡ ਦੇ ਵਿੱਚ ਜਾਂਦੇ? ਇਹਨਾਂ ਦੇ ਟੈਸਟ ਕਿਉਂ ਨਹੀਂ ਹੁੰਦੇ? ਅਸੀਂ ਵੀ ਉੱਥੇ ਫਿਰ ਚੁੱਪ ਕਰ ਜਾਂਦੇ ਹੈਗੇ ਆ ਕਿ ਅਸੀਂ ਵੀ ਸੋਚਦੇ ਹਾਂ ਕੁਝ ਪਲ ਲਈ ਵੀ ਬਿਲਕੁਲ ਇਹ ਕੀ ਹੋ ਰਿਹਾ, ਕੀ ਸਮਝ ਨਹੀਂ ਆ ਰਹੀ। ਅੱਜ ਇੱਕ ਮੈਨੂੰ ਹੈਲਥ ਡਿਪਾਰਟਮੈਂਟ ਦਾ ਸੁਬਾਹ ਵਿਅਕਤੀ ਮਿਲਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਈ ਸਾਹਿਬ ਇਹ ਕਿੰਨਾ ਚਿਰ ਅਜੇ ਕੀ ਸਿਸਟਮ ਹੈ, ਕੀ ਚੱਲੂਗਾ? ਤਾਂ ਉਹਨੇ ਬੜੀ ਹਾਸੋਹੀਣੀ ਗੱਲ ਕੀਤੀ। ਉਹ ਕਹਿੰਦਾ ਭਾਜੀ, ਕਹਿੰਦਾ ਜਦੋਂ ਸਰਕਾਰ ਚਾਹੂਗੀ ਉਦੋਂ ਬੰਦ, ਉਦੋਂ ਕਲੋਜ਼ ਹੋ ਜਾਣਾ। ਮੈਂ ਕਿਹਾ ਕੀ ਮਤਲਬ? ਕਹਿੰਦਾ ਸਰਕਾਰ ਹੁਣ ਕਹਿ ਦੇ ਕਰੋਨਾ ਖਤਮ ਹੋ ਗਿਆ, ਕਰੋਨਾ ਖਤਮ ਹੋ ਗਿਆ, ਕਰੋਨਾ ਖਤਮ ਹੋ ਗਿਆ ਜੀ। ਮੈਂ ਬੜਾ ਹਾਸਿਆ ਇਸ ਗੱਲ ਤੇ। ਔਰ ਇੱਕ ਚਿੰਤਾਜਨਕ ਵੀ ਖਬਰ ਹੈਗੀ ਹੈ ਕਿ ਪਟਿਆਲੇ ਜ਼ਿਲ੍ਹੇ ਦਾ ਵਿੱਚ ਇੱਕ ਕੋਈ PS ਗੁਲਾਟੀ ਡਾਕਟਰ ਹੈਗੇ ਨੇ, ਉਹਨਾਂ ਨੇ ਬਿਜ਼ਨਸ ਹੀ ਆਪਦਾ ਇਹ ਬਣਾ ਰੱਖਿਆ ਸੀਗਾ ਕਿ 1500 ਰੁਪਏ ਦੇ ਵਿੱਚ ਕਰੋਨਾ ਦੀ ਜਿਹੜੀ ਰਿਪੋਰਟ ਹੈਗੀ ਆ ਉਹ ਤੁਹਾਨੂੰ ਨੈਗੇਟਿਵ ਦਿੰਦੇ ਸੀ ਉਹ। ਮਤਲਬ ਕਿਉਂਕਿ ਹੁਣ ਇੱਕ ਲੋਕ ਭਰੇ ਪਏ ਆ ਔਰ ਬਿਜ਼ਨਸ ਵੀ ਸਭ ਦੇ ਬੰਦ ਪਏ ਆ। ਹਿਮਾਚਲ ਤਾਂ ਸੈਲਾਨੀਆਂ ਤੇ ਹੀ ਸਾਰਾ ਉਹਦਾ ਕਾਰੋਬਾਰ ਹੈਗਾ ਹਿਮਾਚਲ ਦਾ। ਤਾਂ ਤੇ ਜੇਕਰ ਗੱਲ ਕਰੀਏ ਕਿ ਲੋਕ ਉੱਥੇ ਜਾਣਾ ਚਾਹੁੰਦੇ ਨੇ, ਲੇਕਿਨ ਹਿਮਾਚਲ ਸਰਕਾਰ ਨੇ ਇੱਕ ਉੱਥੇ ਕੀਤਾ ਹੋਇਆ ਕਿ ਜੇਕਰ ਤੁਸੀਂ ਹਿਮਾਚਲ ਦੇ ਵਿੱਚ ਐਂਟਰੀ ਕਰਨੀ ਹੈ ਤਾਂ ਪਹਿਲਾਂ ਤੁਹਾਨੂੰ ਬੈਰੀਅਰ ਦੇ ਉੱਤੇ ਤੁਹਾਨੂੰ 3 ਦਿਨ ਪਹਿਲਾਂ ਦੀ ਤੁਹਾਨੂੰ ਲੇਟੈਸਟ ਰਿਪੋਰਟ ਦਿਖਾਉਣੀ ਪਊਗੀ, ਜਿਹੜੀ ਕਿ ਕਿਸੇ ਵੀ ਹਾਲਤ ਦੇ ਵਿੱਚ ਤੁਹਾਨੂੰ 3 ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਨਹੀਂ ਦਿੰਦੇ ਹੈਗੇ ਇਹ। ਔਰ ਉਹ ਪੋਜ਼ਿਟਿਵ ਜਦੋਂ ਤੁਹਾਨੂੰ ਜਿਹੜਾ ਨੈਗੇਟਿਵ ਤੁਹਾਨੂੰ ਦਿਖਾਉਣੀ ਪਊਗੀ, ਉਸ ਤੋਂ ਬਾਅਦ 5 ਦਿਨ ਤੁਹਾਨੂੰ ਉੱਥੇ ਰਹਿਣਾ ਪਊਗਾ। ਪਰ ਉਸ ਤੋਂ ਬਾਅਦ ਉੱਥੋਂ ਆ ਕੇ ਤੁਹਾਨੂੰ ਫਿਰ ਇੱਥੇ ਟੈਸਟ ਕਰਾਉਣਾ ਪਊਗਾ ਪੰਜਾਬ 'ਚ ਜਦੋਂ ਤੁਸੀਂ ਐਂਟਰੀ ਹੁੰਦੇ ਹੋ। ਜੇਕਰ ਤੁਹਾਨੂੰ ਕੋਈ ਉਦੋਂ ਤੱਕ ਸਮੱਸਿਆ ਨਹੀਂ ਆਉਂਦੀ ਤਾਂ 14 ਦਿਨ ਲਈ ਤੁਹਾਨੂੰ ਕੁਆਰੰਟਾਈਨ ਹੋਣਾ ਪਊਗਾ। ਤਾਂ ਇੱਕ ਵਧੀਆ ਇੱਕ ਇਹ ਡਾਕਟਰ ਹੈਗੇ ਨੇ ਜਿਹੜੇ ਇਹਨਾਂ ਨੇ ਵਧੀਆ ਇੱਕ ਜਰੀਆ ਬਣਾਇਆ, 1500 ਰੁਪਇਆ ਲਓ ਤੇ ਨੈਗੇਟਿਵ ਰਿਪੋਰਟ ਦੇ ਦਿਓ। ਔਰ ਇਹ ਬਹੁਤ ਸੋਹਣਾ ਬਿਜ਼ਨਸ ਚਲਾਇਆ। ਔਰ ਬੜਾ ਹੀ ਇੱਕ ਸ਼ਰਮਨਾਕ ਗੱਲ ਹੈਗੀ ਹੈ ਕਿ ਐਡੀ ਬਿਮਾਰੀ ਚੱਲ ਰਹੀ ਹੈਗੀ ਆ, ਪਰ ਇਹਨੂੰ ਬਿਜ਼ਨਸ ਬਣਾ ਕੇ ਅਸੀਂ ਇਹਦੇ ਵਿੱਚ ਪੈਸੇ ਕਮਾਉਣ ਦੀਆਂ ਗੱਲਾਂ ਕਰ ਰਹੇ ਹਾਂ ਜਾਂ ਅਸੀਂ ਇਨਸਾਨੀਅਤ ਨਾਤੇ ਅਸੀਂ ਇੱਕ ਮਨੁੱਖੀ ਜਾਨਾਂ ਨਾਲ ਖੇਡ ਰਹੇ ਹੈਗੇ ਆ। ਤਾਂ ਬੜੀ ਇੱਕ ਸ਼ਰਮਨਾਕ ਗੱਲ ਹੈਗੀ ਆ
ਤੋ ਸਾਨੂੰ ਨਹੀਂ ਚਾਹੀਦਾ ਹੈਗਾ ਕਿ ਇਹੋ ਜਿਹੀ ਭਿਆਨਕ ਮਹਾਮਾਰੀ ਦੇ ਵਿੱਚ ਅਸੀਂ ਇਹੋ ਜਿਹੇ ਇਲਾਹੇ ਲਈਏ, ਅਸੀਂ ਇਹੋ ਜਿਹੇ ਪੈਸੇ ਇਕੱਠੇ ਕਰੀਏ ਜਿਸ ਨਾਲ ਕਿ ਸਾਡੇ ਬੱਚਿਆਂ ਤੇ ਵੀ ਇਫੈਕਟ ਪਵੇ, ਸਾਡੀ ਸੁਸਾਇਟੀ ਤੇ ਵੀ ਇਫੈਕਟ ਪਵੇ, ਔਰ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈਗਾ ਉਹ ਵੀ ਮਾੜਾ ਹੋਵੇ, ਗੰਦਾ ਹੋਵੇ। ਅਸੀਂ ਨਹੀਂ ਚਾਹੁੰਦੇ। ਅਸੀਂ ਵੀ ਅਪੀਲ ਕਰਦੇ ਹੈਗੇ ਹਾਂ ਕਿ ਇਸ ਮਹਾਮਾਰੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਇਕੱਠੇ ਹੋ ਕੇ ਲੜਨ ਦੀ ਇਸ ਬਿਮਾਰੀ ਨਾਲ ਲੋੜ ਆ, ਡਰਨ ਦੀ ਲੋੜ ਨਹੀਂ। ਬਿਲਕੁਲ ਸਹੀ ਹੈ ਜੀ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲੱਕੀ ਜੀ, ਪੰਜਾਬ ਦੇ ਹਾਲਾਤ ਤੋਂ ਜਾਣੂ ਕਰਵਾਉਣ ਦਾ। ਤੇ ਤੁਸੀਂ ਦੇਖ ਰਹੇ ਸੀ ਸਾਫ਼ ਤੇ ਸਿੱਧੀ ਗੱਲ 'ਚ ਪੰਜਾਬ ਦੇ ਹਾਲਾਤ ਅਮਨਦੀਪ ਲੱਕੀ ਦੇ ਨਾਲ। ਤੇ ਅਸੀਂ ਅਗਲੇ ਹਫ਼ਤੇ ਫੇਰ ਇਸੇ ਜਗ੍ਹਾ ਤੇ ਤੁਹਾਨੂੰ ਮਿਲਾਂਗੇ ਕੁਝ ਹੋਰ ਨਵੀਆਂ ਤਾਜ਼ਾ ਖਬਰਾਂ ਲੈ ਕੇ। ਜੁੜੇ ਰਹਿਣਾ, ਦੇਖਦੇ ਰਹਿਣਾ ਪੰਜਾਬ ਦੇ ਹਾਲਾਤ ਅਮਨਦੀਪ ਲੱਕੀ ਦੇ ਨਾਲ।